बिस्मिल्लाहिर्रहमानिर्रहीम। मेरा नाम है मोहम्मद अवैस। अम्मा जी की दुआएं लग जाती हैं और मेरे साथ भी कुछ ऐसा ही हुआ और मैंने कहा कि चलो आपके साथ शेयर करूं। तो आज आपको सारे का सारा वो जो इंसिडेंट है वो सारे का सारा सुनाते हैं। चलिए अल्लाह का नाम लेके आज की वीडियो का आगाज करते हैं। हुआ कुछ यूं कि जब मुश्किल टाइम था तो अम्मा जी को मैं कहता था कि दुआ शुआ किया करें। तो अम्मा जी दुआ करती थी कि पुत्र तेनू अल्लाह इन्ना काम देवे कि रोटी खान का भी टाइम ना लभे। ते ਉਹ ਦੁਆ ਜਿਹੜੀ ਹੈ ਉਹ ਕੱਲ ਪੂਰੀ ਹੋ ਗਈ। ਕੱਲ ਜਿਹੜਾ ਇਹ ਜੁਮੇਰਾਤ ਦਾ ਦਿਨ ਸੀ ਤੇ ਡੇਟ ਹੈਗੀ ਸੀ 3 ਅਕਤੂਬਰ 2024 ਤੇ ਮੈਂ ਆਫਿਸ ਆਇਆ ਤਕਰੀਬਨ ਜਿਹੜਾ ਨਾ 12 ਵਜੇ ਦੇ ਕਰੀਬ। ਆਲਰੇਡੀ ਕਲਾਇੰਟ ਬੈਠਾ ਦਾ ਸੀ, ਮੇਰੀ ਅਸਿਸਟੈਂਟ ਹੈ ਉਹ ਸਾਰਾ ਡੀਲ ਕਰ ਰਹੀ ਸੀ ਤੇ ਮੈਂ ਆ ਕੇ ਬੈਠਾ ਵਾ ਕਲਾਇੰਟ ਦੇ ਨਾਲ ਗੱਲਬਾਤ ਕੀਤੀ ਹੈ। ਉਹਦੇ ਉੱਤੇ ਪਿੱਛੇ ਇੱਕ ਹੋਰ ਕਲਾਇੰਟ ਆ ਗਿਆ ਤੇ ਉਹਨੂੰ ਮੈਂ ਕਿਹਾ ਭਾਈ ਵੇਟ ਕਰ ਤੇ ਇੱਥੋਂ ਫਾਰਗ ਹੋਇਆ ਤੇ ਦੂਜਾ ਕਲਾਇੰਟ ਆ ਗਿਆ, ਉਹਦੇ ਨਾਲ ਗੱਲਬਾਤ ਕੀਤੀ। ਉਹਦੇ ਪਿੱਛੇ ਤੀਜਾ ਆ ਗਿਆ, ਮੈਂ ਉਹਨੂੰ ਕਿਹਾ ਭਾਈ ਜਾਨ ਵੇਟ ਕਰ ਲਓ ਇੱਥੋਂ ਮੈਂ ਫ੍ਰੀ ਹੋ ਲਾ। ਇਹ ਜਿਹੜਾ ਨਾ सिलसिला चलता रहा शामी 6 बजे तक। क्लाइंट के पिछे क्लाइंट, क्लाइंट के पिछे क्लाइंट, क्लाइंट के पिछे क्लाइंट माशाल्लाह। तो ਜਿਹੜਾ ਆਂਦਾ ਸੀ ਉਹਨੂੰ ਬਾਹਰ ਬਹਿ ਕੇ ਵੇਟ ਕਰਨਾ ਪੈਂਦਾ ਸੀ, ਫਿਰ ਅੰਦਰ ਆ ਕੇ ਮਿਲਦਾ ਸੀ। ਤੇ ਦਰਮਿਆਨ ਦੇ ਵਿੱਚ ਮਤਲਬ ਕਿ 12 ਤੋਂ ਲੈ ਕੇ 6 ਵਜੇ ਤੱਕ ਮੈਂ ਉਹੀ ਕਰਦਾ ਰਿਹਾ। ਤੇ ਜਿਹੜਾ ਇਹ ਉਹ ਤੇ ਮੇਰੀ ਅਸਿਸਟੈਂਟ ਦੀ ਮਿਹਰਬਾਨੀ ਵਿੱਚ ਉਹਨੇ ਇੱਕ ਵਾਰੀ ਮੈਨੂੰ ਚਾਹ ਪਿਆਤੀ, ਨਹੀਂ ਤੇ ਬੇਹੋਸ਼ ਹੋ ਜਾਣਾ ਸੀ। ਰੋਟੀ ਖਾਣ ਦਾ ਵੀ ਟਾਈਮ ਨਾ ਲੱਭਾ। 6 ਵਜੇ ਵੀ ਕਲਾਇੰਟ ਬੈਠੇ ਦੇ ਸਨ ਤੇ ਉਹ ਸਾਰੇ ਦਾ ਸਾਰਾ ਜਿਹੜਾ ਨਾ ਕਰ ਰਹੇ ਸਨ ਗੱਲਬਾਤ। ਤੇ ਬਾਹਰ ਬੱਚੇ ਆ ਗਏ ਕਲਾਸ ਲੈਣ, 6 ਵਜੇ ਕਲਾਸ ਹੁੰਦੀ ਹੈ। ਤੇ ਉਹ ਜਿਹੜਾ ਨਾ ਮੈਂ ਕਿਹਾ ਬੱਚਿਆਂ ਨੂੰ ਕਿ ਚਲੋ ਵੇਟ ਕਰ ਲਓ 2 ਮਿੰਟ। ਤੇ ਕਲਾਇੰਟ ਨੇ 2-4 ਗੱਲਬਾਤ ਕੀਤੀ, ਕਹਿੰਦੇ ਨੇ ਹੁਣ ਤੁਹਾਡੀ ਕਲਾਸ ਦਾ ਟਾਈਮ ਹੈ ਤੇ ਅਸੀਂ ਬਾਅਦ ਚੋਂ ਆਉਂਦੇ ਹਾਂ। ਉਹ ਫਿਰ 6 ਵਜੇ ਕਲਾਸ ਕਰਾਈ, 7:30 ਉਹ ਮੁੱਕੀ ਤੇ ਮੈਂ ਫਿਰ ਬੈਗ ਪੈਕ ਕਰਕੇ ਦੌੜ ਲਾਤੀ ਘਰ। ਮੈਂ ਅੰਮਾ ਜੀ ਨੂੰ ਕਿਹਾ ਤੁਹਾਡੀ ਦੁਆ ਪੂਰੀ ਹੋ ਗਈ ਜੇ, ਅੱਜ ਉਹ ਦਿਨ ਹੈਗਾ ਸੀ ਜੇ ਕਿ ਮੈਨੂੰ ਜਿਹੜਾ ਨਾ ਰੋਟੀ ਖਾਣ ਦਾ ਵੀ ਟਾਈਮ ਨਹੀਂ ਲੱਭਾ। ਸੁਬਾਹ 12 ਤੋਂ ਲੈ ਕੇ ਰਾਤੀ 8 ਤੱਕ ਲਗਾਤਾਰ ਜਿਹੜਾ ਨਾ ਕੰਮ ਕੀਤਾ ਤੇ ਇੰਜ ਵੀ ਜਿਹੜਾ ਨਾ ਹੋ ਜਾਂਦਾ। ਹੁਣ ਮੈਂ ਅੰਮਾ ਜੀ ਨੂੰ ਕਿਹਾ ਕਿ ਹੁਣ ਦੁਆ ਕਰੋ ਕਿ ਰੋਟੀ ਖਾਣ ਦਾ ਤੇ ਟਾਈਮ ਲੱਭ ਜਾਏ। ਤੇ ਗੱਲ ਇਸ ਤਰ੍ਹਾਂ ਹੈ ਕਿ ਜਿਹੜਾ ਨਾ ਮਾਂ ਪਿਓ ਦੀਆਂ ਦੁਆਵਾਂ ਹੀ ਲੱਗਦੀਆਂ ਨੇ ਬੰਦੇ ਨੂੰ ਤੇ ਦੁਆਵਾਂ ਹੀ ਜਿਹੜਾ ਨਾ ਲੈਣੀਆਂ ਚਾਹੀਦੀਆਂ ਨੇ। ਤੇ ਕਿਸੇ ਪੀਰ ਬਾਬੇ ਕੋਲ ਜਾਣ ਦੀ ਲੋੜ ਨਹੀਂ। ਆਪਣੇ ਮਾਂ ਪਿਓ ਦੇ ਪੈਰਾਂ 'ਚ ਜਾ ਕੇ ਪੈ ਜਾਓ ਤੇ ਉਹਨਾਂ ਕੋਲ ਦੁਆਵਾਂ ਲਵੋ ਤੇ ਉਹੀ ਜਿਹੜਾ ਨਾ ਦੁਆਵਾਂ ਤੁਹਾਡੇ ਬਾਅਦ 'ਚੋਂ ਕੰਮ ਆਉਣੀਆਂ ਨੇ। ਤੇ ਫੈਮਿਲੀ ਦੇ ਵਿੱਚ ਵੀ ਅਗਰ 3-4 ਭਰਾ ਇਕੱਠੇ ਹੋਣ ਤੇ ਵੱਡਾ ਘਰ ਉਹੀ ਹੁੰਦਾ ਹੈ ਜਿਸ ਘਰ ਮਾਂ ਪਿਓ ਹੁੰਦੇ ਨੇ। ਨੋਰਮਲੀ ਅਸੂਲੀ ਤੌਰ 'ਤੇ ਲੜਾਈ ਇਸ ਗੱਲ ਤੋਂ ਹੋਣੀ ਚਾਹੀਦੀ ਹੈ ਭਰਾਵਾਂ ਦੀ ਕਿ ਮਾਂ ਪਿਓ ਨੂੰ ਅਸੀਂ ਰੱਖਣਾ ਹੈ, ਲੇਕਿਨ ਉਲਟਾ ਹੁੰਦਾ ਹੈ। ਲੜਾਈ ਇਸ ਗੱਲ ਤੋਂ ਹੁੰਦੀ ਹੈ ਕਿ ਮਾਂ ਪਿਓ ਨੂੰ ਅਸੀਂ ਨਹੀਂ ਰੱਖਣਾ, ਤੂੰ ਰੱਖ। ਤੇ ਮਾਂ ਪਿਓ ਨੂੰ ਆਪਣੇ ਕੋਲ ਰੱਖੋ, ਉਹਨਾਂ ਦੀ ਖਿਦਮਤ ਕਰੋ, ਉਹਨਾਂ ਕੋਲ ਦੁਆਵਾਂ ਲਵੋ। ਉਹੀ ਦੁਆਵਾਂ ਜਿਹੜਾ ਨਾ ਤੁਹਾਡੇ ਕੰਮ ਆਉਣਗੀਆਂ, ਉਹੀ ਦੁਆਵਾਂ ਤੁਹਾਨੂੰ ਲੱਗਣਗੀਆਂ ਤੇ ਲੱਗਦੀਆਂ ਨੇ। ਕਿਸੇ ਪੀਰ ਬਾਬੇ ਕੋਲ ਕਿਸੇ ਫਾਰਗ ਬੰਦੇ ਕੋਲ ਜਾਣ ਦੀ ਲੋੜ ਨਹੀਂ। ਤੇ ਸਿਰਫ ਮਾਂ ਪਿਓ ਤੁਹਾਡੇ ਜਿਹੜੇ ਨੇ ਉਹਨਾਂ ਦੀ ਅੱਛੀ ਜਿਹੀ ਖਿਦਮਤ ਕਰੋ ਤੇ ਉਹਨਾਂ ਕੋਲ ਜਿਹੜਾ ਨਾ ਦੁਆਵਾਂ ਲਵੋ, ਉਹੀ ਜਿਹੜਾ ਨਾ ਕਾਮਯਾਬੀ ਹੈ। ਅੱਲਾ ਕੋਲ ਤਾਂ ਦੁਆ ਮੰਗਣੀ ਹੈ, ਲੇਕਿਨ ਦੁਨੀਆ ਦੇ ਉੱਤੇ ਜਿਹੜਾ ਨਾ ਮਾਂ ਪਿਓ ਦੀਆਂ ਦੁਆਵਾਂ ਤੁਹਾਡੇ ਕੰਮ ਆਉਣਗੀਆਂ ਸਾਰੀਆਂ ਦੇ ਸਾਰੀਆਂ। ਤੇ ਇਹ ਇੱਕ ਇੰਸੀਡੈਂਟ ਹੋਇਆ ਤੇ ਮੈਂ ਕਿਹਾ ਚਲੋ ਤੁਹਾਨੂੰ ਮੈਂ ਦੱਸਾਂ ਕਿ ਵੀ ਇਹ ਹਿਸਾਬ ਕਿਤਾਬ ਹੈ। ਤੇ ਅੱਲਾ ਦਾ ਨਾਂ ਲੈ ਕੇ ਤੁਸੀਂ ਜਿਹੜਾ ਨਾ ਅੱਛੇ ਤਰੀਕੇ ਦੇ ਨਾਲ ਆਪਣੇ ਵਾਲਦੈਨ ਦੀ ਜਿਹੜਾ ਨਾ ਖਿਦਮਤ ਕਰੋ। ਮੈਂ ਵੀ ਇਹੀ ਕਹਿਣਾ, ਜਦੋਂ ਮੈਂ ਕਿਸੇ ਦੀ ਕੋਈ ਐਡ ਚਲਾਉਣਾ, ਕੰਮ ਸ਼ਮ ਕਰਨਾ, ਮੈਂ ਕਹਿੰਦਾ ਭਾਈ ਮੈਂ ਨਹੀਂ ਕਰ ਸਕਣਾ, ਹੁਣ ਅਗਲਾ ਕੰਮ ਇਹ ਹੋਈ ਹੈ ਕਿ ਮਸੱਲੇ ਤੇ ਬਹਿ ਕੇ ਤੂੰ ਅੱਲਾ ਕੋਲ ਦੁਆ ਕਰ। ਮੈਂ ਵੀ ਦੁਆ ਕਰਨਾ, ਵਾਲਦੈਨ ਦੀ ਖਿਦਮਤ ਕਰ ਤੇ ਉਹਨਾਂ ਕੋਲ ਦੁਆ ਕਰਾ ਕਿ ਮੇਰਾ ਕੰਮ ਚਲੇ। ਤੇ ਲੇਕਿਨ ਅਗਰ ਤੁਹਾਡੇ ਮਾਂ ਪਿਓ ਤੁਹਾਡੇ ਨਾਲ ਖੁਸ਼ ਨਹੀਂ ਤੇ ਫਿਰ ਬੇੜਾ ਗਰਕ ਕੀ ਹੈ ਤੁਹਾਡੇ ਪੱਲੇ ਤੇ ਫਿਰ ਕੱਖ ਵੀ ਨਹੀਂ। ਤੇ ਇਹ ਬੇਸਿਕਲੀ ਜਿਹੜਾ ਨਾ ਇੱਕ ਇੰਸੀਡੈਂਟ ਹੋਇਆ, ਮੈਂ ਕਿਹਾ ਚਲੋ ਤੁਹਾਨੂੰ ਮੈਂ ਦੱਸਾਂ ਕਿ ਬਈ ਇਹ ਚੀਜ਼ਾਂ ਵੀ ਜ਼ਰੂਰੀ ਨੇ।
ਹਾਲੀ ਹੁਸ਼ਿਆਰ ਚਲਾਕ ਬੰਦਾ, ਜਿਹੜਾ ਹਾਲੀ ਹੁਸ਼ਿਆਰ ਚਲਾਕ ਹੁੰਦਾ ਨਾ ਉਹਦੇ ਪੱਲੇ ਕੱਖ ਨਹੀਂ ਆਉਂਦਾ। ਐਕਟਿਵ ਹੋਣਾ ਇੱਕ ਅੱਛੀ ਚੀਜ਼ ਹੈ, ਹੰਬਲ ਹੋਣਾ ਲਾਜ਼ਮੀ ਹੈ, ਸਿਰਫ ਹੁਸ਼ਿਆਰੀ ਚਲਾਕੀ ਹੋਣਾ ਤੇ ਹੋਰ ਬਾਕੀ ਕੁਝ ਵੀ ਨਹੀਂ, ਉਹ ਬੰਦਾ ਵੀ ਫਾੜਗ ਹੈ। ਤੇ ਅੱਛੇ ਤਰੀਕੇ ਦੇ ਨਾਲ ਮਾਮਲਾਤ ਲੈ ਕੇ ਸਾਰਿਆਂ ਦੇ ਨਾਲ ਚੱਲਣੇ ਚਾਹੀਦੇ ਨੇ। ਤੇ ਬਾਕੀ ਅੰਮਾ ਕੋਲ ਵੀ ਦੁਆ ਲਓ, ਅੱਬਾ ਜੀ ਕੋਲ ਵੀ ਲਓ, ਦੋਵੇਂ ਇਕੁਅਲ ਇੰਪੋਰਟੈਂਟ ਨੇ। ਅਕਸਰ ਲੋਕੀ ਜਿਹੜਾ ਨਾ ਉਹ ਅੱਬੇ ਨੂੰ ਤੰਗ ਹੀ ਕਾੜੇ ਹੁੰਦੇ ਨੇ, ਤੇ ਅੱਬੇ ਨੇ ਵੀ ਜਵਾਨੀ 'ਚ ਬੱਚਿਆਂ ਨੂੰ ਤੰਗ ਕੀਤਾ ਹੁੰਦਾ, ਤੇ ਫਿਰ ਉਹ ਜਿਹੜਾ ਨਾ ਬੱਚੇ ਵੀ ਤੁਸੀਂ ਵੀ ਜਿਹੜਾ ਨਾ ਜਵਾਨੀ 'ਚ ਆਪਣੀ ਜਵਾਨੀ 'ਚ ਬੱਚਿਆਂ ਨੂੰ ਤੰਗ ਕਰੋਗੇ ਤੇ ਬੁੱਢੇ ਵੇਲੇ ਬੱਚਿਆਂ ਨੇ ਵੀ ਤੰਗ ਕਰਨਾ ਹੈ। ਤੇ ਜਵਾਨੀ 'ਚ ਤੁਸੀਂ ਬੱਚਿਆਂ ਨਾਲ ਅੱਛਾ ਰਹੋ ਤੇ ਬੁੱਢੇ ਵੇਲੇ ਉਹ ਵੀ ਤੁਹਾਡੇ ਨਾਲ ਜਿਹੜਾ ਨਾ ਅੱਛਾ ਸਲੂਕ ਕਰਨਗੇ। ਅਕਸਰ ਮੈਂ ਵੇਖਿਆ ਕਿ ਉਹ ਬੰਦੇ ਜਿਹੜੇ ਘਰ ਬੜਾ ਇੱਕ ਅਥਾਰਟੀ ਰੱਖਦੇ ਨੇ ਤੇ ਜਿਹੜਾ ਨਾ ਬੀਬੀ ਬੱਚਿਆਂ ਤੇ ਰੋਹਬ ਰੱਖਦੇ ਨੇ, ਤੇ ਬੁੱਢੇ ਵੇਲੇ ਅਗਰ ਉਹ ਪੈਸੇ ਕਮਾਉਣਾ ਛੱਡ ਦੇਣ ਤੇ ਬੜਾ ਦਲੀਲ ਹੁੰਦੇ ਨੇ, ਕਿਉਂਕਿ ਉਹਨਾਂ ਨੇ ਜਵਾਨੀ 'ਚ ਬੀਬੀ ਬੱਚਿਆਂ ਨੂੰ ਬਹੁਤ ਤੰਗ ਕੀਤਾ ਹੁੰਦਾ। ਬੁੱਢੇ ਵੇਲੇ ਉਹਨਾਂ ਦੇ ਪੱਲੇ ਪੈਸੇ ਹੁੰਦੇ ਨਹੀਂ, ਤੇ ਉਹ ਫਿਰ ਜਿਹੜਾ ਨਾ ਬੀਬੀ ਬੱਚਿਆਂ ਕੋਲ ਦਲੀਲ ਹੁੰਦੇ ਨੇ। ਤੇ ਜਵਾਨੀ ਦੇ ਵਿੱਚ ਤੁਸੀਂ ਅੱਛੇ ਤਰੀਕੇ ਨਾਲ ਸਲੂਕ ਕਰੋ ਬੀਵੀ ਬੱਚਿਆਂ ਨਾਲ, ਤਾਂ ਕਿ ਬੁੱਢੇ ਵੇਲੇ ਜਿਹੜਾ ਨਾ ਅਗਰ ਤੁਹਾਡੀ ਜੇਬ ਵਿੱਚ ਪੈਸੇ ਨਾ ਹੋਣ ਤੇ ਤੁਹਾਡੀ ਕੋਈ ਇੱਜ਼ਤ 'ਚ ਰਹਿਣਾ ਕਰਨ। ਤੇ ਬਹਰਹਾਲ ਜਿਹੜਾ ਇਨਸਾਨ ਦੇ ਇਖਤਿਆਰ ਵਿੱਚ ਮਿਹਨਤ ਤੇ ਕੋਸ਼ਿਸ਼ ਹੀ ਹੈ, ਉਹ ਕਰਨੀ ਚਾਹੀਦੀ ਹੈ, ਉਹੀ ਅਸੀਂ ਕਰ ਸਕਦੇ ਹਾਂ। ਤੇ ਮਿਹਨਤ ਔਰ ਕੋਸ਼ਿਸ਼ ਦੇ ਬਾਅਦ ਫਲ ਦੇ ਨਾਲ ਅੱਲਾਹ ਪਾਕ ਦੀ ਰਾਤ ਦਾ ਕੰਮ ਹੈ। ਸਾਡਾ ਕੰਮ ਹੈ ਸਿਰਫ ਔਰ ਸਿਰਫ ਅੱਲਾਹ ਕੋਲ ਦੁਆ ਕਰਨਾ ਔਰ ਅੱਛੇ ਤਰੀਕੇ ਦੇ ਨਾਲ ਇਮਾਨਦਾਰੀ ਦੇ ਨਾਲ ਸਾਰੇ ਦੇ ਸਾਰੇ ਮਾਮਲਾਤ ਚਲਾਣਾ। ਤੇ ਹੋਰ ਵੀ ਅੰਮਾ ਜੀ ਨੇ ਦੁਆਵਾਂ ਦਿੱਤੀ ਦੀਆਂ ਨੇ, ਉਹ ਵੀ ਕਬੂਲ ਹੋਈਆਂ ਨੇ ਕਿ ਆਸਾਨੀ ਵਾਲਾ ਜਿਹੜਾ ਨਾ ਰਿਜ਼ਕ ਹੋਏ ਤੇ ਇੱਜ਼ਤ ਵਾਲਾ ਹੋਏ, ਠੀਕ ਹੈ, ਉਹ ਵੀ ਲੱਗ ਗਈਆਂ ਨੇ, ਠੀਕ ਹੈ ਮਾਸ਼ਾਅੱਲਾ। ਸਕੂਨ ਦੇ ਨਾਲ ਆਪਸ ਪੈ ਕੇ ਕੰਮ ਸ਼ਮ ਕਰੀਦਾ, ਲੋਕੀ ਖੁਦ ਚੱਲ ਕੇ ਆਉਂਦੇ ਨੇ, ਪੈਸੇ ਦੇ ਕੇ ਜਾਂਦੇ ਨੇ ਅੱਲਾ ਦੇ ਫਜ਼ਲ ਕਰਮ ਨਾਲ। ਤੇ ਕਹਿਣ ਦਾ ਮਕਸਦ ਇਹ ਕਿ ਮੇਰੀ ਅੰਮਾ ਜੀ ਕੋਈ ਪੀਰਨੀ ਨਹੀਂ, ਸਾਰੀ ਅੰਮਾ ਇੰਝ ਹੀ ਹੁੰਦੀਆਂ ਨੇ, ਲੇਕਿਨ ਤੁਸੀਂ ਜਿਹੜਾ ਨਾ ਹਰਕਤਾਂ ਇਹੋ ਜਿਹੀਆਂ ਕਰੋ ਕਿ ਉਹਨਾਂ ਕੋਲ ਤੁਸੀਂ ਦੁਆਵਾਂ ਕਰਾ ਸਕੋ ਆਪਣੀ ਅੰਮਾ ਜੀ ਕੋਲ, ਅੱਬਾ ਜੀ ਕੋਲ ਵੀ, ਤੇ ਦੁਆਵਾਂ ਸ਼ੁਆਵਾਂ ਕਰਾ ਕੇ ਆਪਣਾ ਜਿਹੜਾ ਨਾ ਕੋਈ ਜ਼ਿੰਦਗੀ ਸਿੱਧੀ ਪੱਧਰੀ ਕਰ ਲਓ। ਨਹੀਂ ਤੇ ਪਾਗਲਾਰ ਦੌੜਾ ਹੀ ਲਾਉਂਦੇ ਰਹੋਗੇ, ਕਦੀ ਇੱਥੇ ਕਦੀ ਉੱਥੇ, ਕਦੀ ਇੱਥੇ ਕਦੀ ਉੱਥੇ, ਤੇ ਕੱਖ ਨਹੀਂ ਬਣੇਗਾ। ਤੇ ਗੱਲ ਇਸ ਤਰ੍ਹਾਂ ਹੈ ਕਿ ਇਹੀ ਗੱਲ ਕਰਨੀ ਸੀ ਤੁਹਾਡੇ ਨਾਲ, ਠੀਕ ਹੈ, ਕਿ ਜਿਹੜਾ ਨਾ ਵਾਲਦੈਨ ਦੀ ਖਿਦਮਤ ਕਰੋ, ਦੁਆਵਾਂ ਸ਼ੁਆਵਾਂ ਲਵੋ ਉਹਨਾਂ ਕੋਲ, ਤੇ ਹੋਰ ਦਾਏਂ ਬਾਏਂ ਤੁਹਾਨੂੰ ਕਿਧਰੇ ਜਿਹੜਾ ਨਾ ਜਾਣ ਦੀ ਲੋੜ ਨਹੀਂ ਪਏਗੀ ਇਨਸ਼ਾਅੱਲਾ ਅਜ਼ੀਜ਼। ਤੇ ਉਮੀਦ ਕਰਨਾ ਤੁਹਾਨੂੰ ਅੱਜ ਦੀ ਵੀਡੀਓ ਅੱਛੀ ਲੱਗੀ ਹੋਏਗੀ, ਪਸੰਦ ਆਈ ਹੋਏਗੀ। ਤੇ ਮੈਨੂੰ ਇਜਾਜ਼ਤ ਦਿਓ ਅਗਲੀ ਵੀਡੀਓ ਤੱਕ। ਅੱਲਾ ਹਾਫਿਜ਼।